तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम ਧੰਨ ਵਾਹਿਗੁਰੂ ਜੀ। ਊਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲਾਗੈ ਜਾਂ ਐਸੇ ਬੁਝਿਆ। ਊਠਤ ਸੁਖੀਆ ਬੈਠਤ ਸੁਖੀਆ, ਪਉ ਨਹੀਂ ਲਾਗੈ ਜਾ ਐਸੇ ਬੁਝਿਆ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰ ਜਾਮੀ। ਸੋਈ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਿਰੜਾਇਆ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਦੇਸ਼ ਅਤੇ ਵਿਦੇਸ਼ ਦੇ ਅੰਦਰ ਆਪ ਸੰਗਤ ਸਤਿਗੁਰ ਮਹਾਰਾਜ ਜੀ ਦੇ ਪਾਵਨ ਜੀਵਨ ਨੂੰ ਸਰਵਨ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਗੁਰਮਤ ਵਿਚਾਰਾਂ ਇਤਿਹਾਸ ਦੀ ਸਾਂਝ ਤੋਂ ਪਹਿਲਾਂ ਆਓ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਗੁਰੂ ਕਿਰਪਾ ਕਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਵਿੱਚ ਵਰਤਨ, ਆਪਣਾ ਜੀਵਨ ਆਪ ਕਹਿਲਾ ਲੈਣ। ਗੁਰੂ ਕਿਰਪਾ ਕਰੇ ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਅੰਦਰ ਆਪ ਜੀ ਨੇ ਸਰਵਨ ਕੀਤਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੇ ਹੱਥੀਂ
ਆਨੰਦਪੁਰ ਸਾਹਿਬ, ਜਿਹਨੂੰ ਪਹਿਲਾਂ ਚੱਕ ਨਾਨਕੀ ਕਰਕੇ ਕਿਹਾ ਗਿਆ, ਮਹਾਰਾਜ ਜੀ ਨੇ ਇਸ ਨਗਰ ਨੂੰ ਮਾਖੋਵਾਲ ਦੀ ਜ਼ਮੀਨ 500 ਰੁਪਏ ਮੁੱਲ ਲੈ ਕੇ ਖਰੀਦਿਆ ਤੇ ਸਤਿਗੁਰ ਮਹਾਰਾਜ ਜੀ ਨੇ ਨਗਰ ਵਸਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਹੁਤ ਦੂਰ ਅੰਦੇਸ਼ੀ ਦੇ ਨਾਲ ਇਸ ਨਗਰ ਦੀ ਰਚਨਾ ਕਰਵਾਈ। ਇਸ ਨਗਰ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਜਿੱਥੇ ਆਪਣੀ ਰਿਹਾਇਸ਼ ਦਾ ਪ੍ਰਬੰਧ ਕੀਤਾ, ਉੱਥੇ ਸੰਗਤ ਤੇ ਰਹਿਣ ਵਾਸਤੇ ਸਰਾਵਾਂ ਤਿਆਰ ਹੋਈਆਂ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਵਪਾਰੀਆਂ ਦੇ ਵਾਸਤੇ ਉੱਥੇ ਬਾਜ਼ਾਰ ਤੇ ਮੰਡੀਆਂ ਇਤਿਆਦਿਕ ਬਣਾਉਣਾ ਕੀਤੇ। ਸੰਗਤ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਉੱਥੇ ਆਉਂਦੀ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਹੁਕਮ ਕਰਦੇ, ਕਹਿਣ ਲੱਗੇ ਕਿ ਇਸ ਅਸਥਾਨ ਦੇ ਉੱਪਰ ਆਪ ਜੀ ਆਉਂਦੇ ਹੋ ਤੇ ਇੱਥੇ ਸ਼ਰਧਾ ਅਕੀਦਾ ਭਾਵ ਰੱਖਣਾ। ਇਹ ਇੱਕ ਦਿਨ ਨੂੰ ਇਸ ਧਰਤੀ ਨੇ ਇਤਿਹਾਸ ਸਿਰਜਣਾ ਹੈ। ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਗਿਆਸਾ ਲੈ ਕਰਕੇ ਕਿਸੇ ਨੇ ਵੀ ਆਉਣਾ ਤੇ ਸਤਿਗੁਰ ਮਹਾਰਾਜ ਜੀ ਨੇ ਉਹਦੀ ਭਾਵਨਾ, ਜੇਕਰ ਕੋਈ ਸਵਾਲ ਸ਼ੰਕਾ ਕਿਸੇ ਨੇ ਲੈ ਕੇ ਆਉਣਾ ਤੇ ਮਹਾਰਾਜ ਨੇ ਉਹਦੇ ਸ਼ੰਕੇ ਨਿਵਰਤ ਕਰਨੇ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਕਾਫੀ ਸਮਾਂ ਜਿਨ੍ਹਾਂ ਨੂੰ ਬੀਤ ਚੁੱਕਾ, ਸਤਿਕਾਰਯੋਗ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਬਾਬੇ ਬਕਾਲਾ ਸਾਹਿਬ ਜੀ ਦੀ ਧਰਤੀ ਤੋਂ ਸਤਿਗੁਰ ਮਹਾਰਾਜ ਜੀ ਦੇ ਨਾਲ ਚੱਲੇ, ਅੰਮ੍ਰਿਤਸਰ ਆਏ, ਵੱਲੇ ਸਤਿਗੁਰ ਮਹਾਰਾਜ ਜੀ ਦੇ ਨਾਲ ਪਹੁੰਚੇ। ਸਤਿਗੁਰ ਮਹਾਰਾਜ ਜੀ ਦੇ ਨਾਲ ਮਾਲਵੇ ਦੇਸ਼ ਦਾ ਰਟਨ ਕੀਤਾ, ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਆਨੰਦਪੁਰ ਸਾਹਿਬ ਚੱਕ ਨਾਨਕੀ ਵਸਦਾ ਹੋਇਆ ਸਤਿਗੁਰ ਮਹਾਰਾਜ ਜੀ ਦੀ ਮੋਢੀ ਗੱਡ ਕੇ ਇਸ ਨਗਰ ਨੂੰ ਵਸਾਉਂਦਿਆਂ ਹੋਇਆਂ ਸਤਿਗੁਰ ਮਹਾਰਾਜ ਜੀ ਨੂੰ ਤੱਕਿਆ। ਕਾਫੀ ਮਹੀਨਿਆਂ ਦੇ ਸਮੇਂ ਤੋਂ ਬਾਅਦ ਵਿੱਚ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਬਾ ਮੱਖਣ ਸ਼ਾਹ ਨੇ ਬੇਨਤੀ ਕੀਤੀ ਕਿ ਸਤਿਗੁਰ ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਆਗਿਆ ਬਖਸ਼ੋ, ਮੈਂ ਵਾਪਸ ਜਾਣਾ ਚਾਹੁੰਦਾ ਹਾਂ। ਤੇ ਸਤਿਗੁਰ ਮਹਾਰਾਜ ਇੱਕ ਕਿਰਪਾ ਕਰਿਓ, ਉਪਦੇਸ਼ ਦੇਵੋ ਸਤਿਗੁਰ ਮਹਾਰਾਜ ਕਿ ਮੈਨੂੰ ਰੱਬ ਭੁੱਲੇ ਨਾ, ਮਨ ਜਿਹੜਾ ਹੈ ਹਮੇਸ਼ਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਸਕੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਫਿਰ ਉੱਥੇ ਕਿਰਪਾ ਕੀਤੀ, ਕਹਿਣ ਲੱਗੇ ਸਤਿਨਾਮ ਸਿਮਰੋ ਦਿਨ ਰਾਤੀ। ਉਪਦੇਸ਼ ਦਿੰਦੇ ਨੇ ਬਾਬਾ ਮੱਖਣ ਸ਼ਾਹ ਲੁਬਾਣੇ ਨੂੰ। ਮਹਾਰਾਜ ਨੇ ਕਿਹਾ ਕਿ ਇੱਕ ਤਾਂ ਰੱਬ ਦੇ ਨਾਮ ਨੂੰ, ਵਾਹਿਗੁਰੂ ਸਤਿਨਾਮ ਜਿਹੜਾ ਜਾਪ ਕਰਦੇ ਹੋ, ਇਹਨੂੰ ਭੁੱਲਣਾ ਨਹੀਂ। ਸਤਿਨਾਮ ਸਿਮਰੋ ਦਿਨ ਰਾਤੀ, ਦਿਨ ਰਾਤ ਪਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਰਹਿਣਾ ਹੈ। ਕਿਉਂਕਿ ਸਤਿਗੁਰ ਮਹਾਰਾਜ ਜੀ ਸੰਤ ਦੀ ਜਦੋਂ ਵਿਆਖਿਆ ਕਰਦੇ ਨੇ ਤੇ ਮਹਾਰਾਜ ਕਹਿੰਦੇ ਨੇ, ਜਿਨ ਸਾਸ ਗਰਾਸ ਨਾ ਵਿਸਰੇ ਹਰ ਨਾਮਾ, ਮਨ ਮੰਤ ਧਨ ਸੇ ਨਾਨਕਾ ਪੂਰਨ ਸੋਈ ਸੰਤ। ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਊਠਤ ਬੈਠਤ ਹਰ ਹਰ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਕਿ ਰੱਬ ਦਾ ਨਾਮ ਇੰਨਾ ਚੇਤੇ ਕਰੋ ਕਿ ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਹਰ ਵੇਲੇ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਰਹੇ। ਤੇ ਸਤਿਗੁਰ ਮਹਾਰਾਜ ਜੀ ਨੇ ਪਹਿਲਾ ਉਪਦੇਸ਼ ਬਾਬਾ ਮੱਖਣ ਸ਼ਾਹ ਨੂੰ ਦਿੱਤਾ ਕਿ ਸਤਿਨਾਮ ਸਿਮਰੋ ਦਿਨ ਰਾਤੀ, ਦਿਨ ਰਾਤ ਉਸ ਮਾਲਕ ਦੀ ਯਾਦ ਵਿੱਚ ਰਹਿਣਾ। ਗੁਰਬਾਣੀ ਪੜ੍ਹੇ ਹਵੈ ਚਿੱਤ ਸ਼ਾਂਤੀ। ਤੇ ਸਤਿਗੁਰ ਮਹਾਰਾਜ ਜੀ ਨੇ ਕਿਹਾ ਕਿ ਜਿਉਂ-ਜਿਉਂ ਆਪ ਜੀ ਗੁਰਬਾਣੀ ਦਾ ਅਭਿਆਸ ਕਰੋਗੇ, ਜਿਉਂ-ਜਿਉਂ ਮਨ ਦੇ ਨਾਲ ਟਿਕ ਕਰਕੇ ਬਾਣੀ ਪੜ੍ਹੋਗੇ, ਸਤਿਗੁਰ ਮਹਾਰਾਜ ਕਹਿੰਦੇ ਨੇ ਫਿਰ ਮਨ ਜਿਹੜਾ ਹੈ ਹੋਰ ਟਿਕਣਾ ਸ਼ੁਰੂ ਹੋਏਗਾ, ਮਨ ਐ ਬਿਲਕੁਲ ਸ਼ਾਂਤ ਹੋਏਗਾ। ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੂੰ ਸੰਗਤ ਨੇ ਬੇਨਤੀ ਕੀਤੀ ਸੀ, ਮਹਾਰਾਜ ਜਗਿਆਸੂ ਹਾਂ ਪਰ ਸਾਨੂੰ ਬਾਣੀ ਵੀ ਪੜ੍ਹਦੇ ਹਾਂ ਪਰ ਪਤਾ ਨਹੀਂ ਚੱਲਦਾ ਕਿ ਮਨ ਕਿਵੇਂ ਟਿਕਦਾ ਹੈ ਤੇ ਟਿਕੇ ਮਨ ਦੀ ਨਿਸ਼ਾਨੀ ਕੀ ਹੈ। ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਬਚਨ ਕਹੇ ਸਨ, ਕਹਿਣ ਲੱਗੇ ਕਿ ਮਨ ਟਿਕਨੇ ਕੀ ਇਹ ਨਿਸ਼ਾਨੀ, ਮਿੱਠੀ ਲਾਗੇ ਪ੍ਰੈ ਕੀ ਬਾਣੀ। ਇਹ ਟਿਕੇ ਹੋਏ ਮਨ ਦੀ ਸਤਿਗੁਰ ਮਹਾਰਾਜ ਕਹਿੰਦੇ ਨੇ ਨਿਸ਼ਾਨੀ ਕਿ ਜਿੱਦਣ ਬਾਣੀ ਪੜ੍ਹਦਿਆਂ ਹੋਇਆਂ ਬਾਣੀ ਦਾ ਰਸ ਆਉਣਾ ਸ਼ੁਰੂ ਹੋਣ ਲੱਗ ਪਏ, ਬਾਣੀ ਮਿੱਠੀ ਲੱਗਣੀ ਸ਼ੁਰੂ ਹੋ ਜਾਏ, ਜਾਂ ਇਹਨੂੰ ਇਸ ਤਰ੍ਹਾਂ ਕਹਿ ਲਓ ਕਿ ਬਾਣੀ ਪੜ੍ਹਦਿਆਂ ਇੱਕ ਬਾਣੀ ਦਾ ਪਾਠ ਕੀਤਾ, ਬਾਣੀ ਜਪਜੀ ਸਾਹਿਬ ਇੱਕ ਪੜ੍ਹਿਆ ਤੇ ਮਨ ਕਰੇ ਕਿ ਇੱਕ ਹੋਰ ਪੜ੍ਹ ਲਵਾਂ, ਇੱਕ ਹੋਰ ਪੜ੍ਹ ਕੇ ਵੀ ਮਨ ਰੱਜੇ ਨਾ,
ਇਹ ਨਹੀਂ ਕਿ ਕਿਸੇ ਦੇ ਕਹਿਣ ਕਰਕੇ 2 4 5 10 ਪਾਠ ਕਰਨੇ ਨੇ। ਨਹੀਂ, ਬਾਣੀ ਪੜ੍ਹਦਿਆਂ ਹੋਇਆਂ ਮਨ ਇੰਨਾ ਕੁ ਰਸ ਦੇ ਵਿੱਚ ਭਿੱਜ ਜਾਏ ਕਿ ਬਾਣੀ ਪੜ੍ਹਦਿਆਂ ਦਿਲ ਹੋਰ ਕਰੇ ਕਿ ਮੈਂ ਹੋਰ ਜਪ ਸਕਾਂ। ਦਿਨੇ ਬਾਣੀ ਪੜ੍ਹਦਿਆਂ, ਸ਼ਾਮ ਨੂੰ ਬਾਣੀ ਪੜ੍ਹਦਿਆਂ, ਰਾਤ ਨੂੰ ਬਾਣੀ ਪੜ੍ਹਦਿਆਂ ਜਿਹੜਾ ਹੈ ਉਹ ਜੀਵਨ ਬਤੀਤ ਹੋਵੇ। ਕਈਆਂ ਨੇ ਸਵਾਲ ਕਰਨਾ, ਕਹਿਣਾ ਕਿ ਸਾਡਾ ਮਨ ਕਰਦਾ ਹੈ ਕਿ ਅਸੀਂ ਸਹਿਜ ਪਾਠ ਕਰਦੇ ਹਾਂ ਅਤੇ ਰਾਤ ਨੂੰ ਵੀ ਕਈ ਵਾਰੀ ਦਿਲ ਕਰ ਉੱਠਦਾ ਹੈ ਕਿ ਅਸੀਂ ਰਾਤ ਉੱਠ ਕਰਕੇ ਸਹਿਜ ਪਾਠ ਕਰ ਸਕੀਏ। ਅਤੇ ਮੈਂ ਅਕਸਰ ਉਹਨਾਂ ਨੂੰ ਬੇਨਤੀ ਕਰਨੀ ਕਿ ਤੁਹਾਡੇ ਕਰਮ ਚੰਗੇ ਨੇ, ਤੁਹਾਡੇ ਭਾਗ ਚੰਗੇ ਨੇ ਕਿ ਤੁਹਾਨੂੰ ਗੁਰੂ ਰਾਤ ਨੂੰ ਵੀ ਚੇਤੇ ਕਰਦਾ ਹੈ। ਕਿਉਂਕਿ ਇਸਲਾਮ ਦੇ ਵਿੱਚ ਇੱਕ ਕਹਾਵਤ ਹੈ, ਉਹ ਕਹਿੰਦੇ ਨੇ ਜਦੋਂ ਖੁਦਾ ਕਹਿਣ ਨੂੰ ਦਿਲ ਕਰੇ, ਅੱਲਾ ਕਹਿਣ ਨੂੰ ਜੀ ਕਰਦਾ ਹੋਵੇ, ਇਹਦਾ ਮਤਲਬ ਉਹ ਇਹ ਕਹਿੰਦੇ ਨੇ ਕਿ ਖੁਦਾ ਸਾਨੂੰ ਯਾਦ ਕਰਦਾ ਹੈ। ਅਸੀਂ ਖੁਦਾ ਨੂੰ ਯਾਦ ਕਰਦੇ ਹਾਂ ਨਾ, ਅਤੇ ਖੁਦਾ ਵੀ ਸਾਨੂੰ ਯਾਦ ਕਰਦਾ ਪਿਆ ਹੈ। ਜਦੋਂ ਬਾਣੀ ਪੜ੍ਹਨ ਨੂੰ ਮਨ ਕਰਦਾ ਹੋਵੇ, ਇਹਦਾ ਭਾਵ ਹੈ ਕਿ ਗੁਰੂ ਨਾਨਕ ਸਾਨੂੰ ਆਪ ਯਾਦ ਕਰਦਾ ਪਿਆ ਹੈ। ਅਤੇ ਉੱਠ ਬੈਠ, ਆਪਾਂ ਬੈਠ ਕੇ ਗੱਲਾਂ ਕਰੀਏ। ਦੁਨੀਆ ਦੇ ਹਰ ਧਰਮ ਗ੍ਰੰਥ ਨੇ ਰੱਬ ਦੀ ਗੱਲ ਕੀਤੀ, ਔਰ ਵਿਦਵਾਨ ਇਹ ਗੱਲ ਆਖਦੇ ਨੇ ਕਿ ਤਮਾਮ ਦੁਨੀਆ ਦੇ ਧਰਮ ਗ੍ਰੰਥ ਜਿਹੜੇ ਨੇ ਉਹ ਰੱਬ ਦੀਆਂ ਗੱਲਾਂ ਕਰਦੇ ਨੇ। ਪਰ ਉਹਨੇ ਇੱਕ ਬੜੀ ਖਾਸ ਗੱਲ ਨਾਲ ਇਹ ਵੀ ਆਖ ਦਿੱਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਮੁੱਚੀ ਬਾਣੀ ਰੱਬ ਦੀਆਂ ਗੱਲਾਂ ਨਹੀਂ, ਰੱਬ ਦੇ ਨਾਲ ਗੱਲਾਂ ਕਰਾਉਂਦੀ ਹੈ। ਜਿਵੇਂ ਸਿੱਧੀਆਂ ਰੱਬ ਦੇ ਨਾਲ ਗੱਲਾਂ ਹੁੰਦੀਆਂ ਹੋਣ। ਇੱਕ ਵਿਦਵਾਨ ਨੇ ਇੱਕ ਬੜੀ ਪ੍ਰੇਰਨਾਦਾਇਕ ਉਹਨੇ ਇੱਕ ਕਹਾਣੀ ਸਾਖੀ ਲਿਖੀ। ਉਹ ਕਹਿਣ ਲੱਗਾ ਕਿ ਇੱਕ ਆਜੜੀ ਜਿਹੜਾ ਸੀ, ਉਹਨੇ ਰੱਬ ਦੇ ਨਾਮ ਲੈਣਾ, ਉਹਨੇ ਅੱਲਾ ਅੱਲਾ ਕਰਕੇ ਜਪਣਾ ਸ਼ੁਰੂ ਕੀਤਾ। ਰੋਜ਼ ਉਹਨੇ ਜਪਣਾ, ਰੋਜ਼ ਜਪਣਾ। ਇੱਕ ਦਿਨ ਮਨ ਦੇ ਵਿੱਚ ਖਿਆਲ ਆਇਆ ਕਿ ਮੈਂ ਤਾਂ ਅੱਲਾ ਕਹਿਣਾ, ਰੱਬ ਕਹਿਣਾ, ਵਾਹਿਗੁਰੂ ਕਹਿਣਾ, ਸਤਨਾਮ ਕਹਿਣਾ, ਰਾਮ ਰਹੀਮ ਕਬੀਰ, ਜਿੰਨੇ ਵੀ ਨਾਮ ਨੇ ਰੱਬ ਦੇ, ਇਹਨਾਂ ਨੂੰ ਕਹਿਣ ਤੋਂ ਭਾਵੇਂ ਕਿ ਅਸੀਂ ਉਹਨੂੰ ਆਵਾਜ਼ਾਂ ਮਾਰਦੇ ਪਏ ਹਾਂ, ਅਸੀਂ ਉਹਨੂੰ ਚੇਤੇ ਕਰਦੇ ਪਏ ਹਾਂ। ਸਤਿਗੁਰੂ ਮਹਾਰਾਜ ਜੀ ਦੀ ਬਾਣੀ 'ਚ ਅਸੀਂ ਬਚਨ ਪੜ੍ਹਦੇ ਹਾਂ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕੇਸੋ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਮਹਾਰਾਜ ਕਹਿੰਦੇ ਨੇ ਕਿ ਹਰ ਵੇਲੇ ਦਿਨ ਰਾਤ ਉਹਦੇ ਨਾਮ ਨੂੰ ਜਪਦਾ ਰਹੇ, ਉਹਨੂੰ ਆਵਾਜ਼ਾਂ ਦਿੰਦਾ ਰਹੇ। ਇੱਕ ਦਿਨ ਐਸਾ ਆਵੇਗਾ ਜਿਹੜੀ ਤੇਰੀ ਆਵਾਜ਼ ਨੂੰ ਸੁਣ ਕੇ ਉਹ ਤੇਰੇ ਹਿਰਦੇ ਅੰਦਰੋਂ ਪ੍ਰਗਟ ਹੋ ਜਾਏਗਾ। ਉਹ ਕਿਤੇ ਬਾਹਰ ਨਹੀਂ, ਉਹ ਅੰਦਰ ਹੀ ਬੈਠਾ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਫਕੀਰ, ਉਹ ਆਜੜੀ ਜਿਹੜਾ ਸੀ, ਉਹਨੇ ਅੱਲਾ ਅੱਲਾ ਕਹਿ ਕੇ ਪੁਕਾਰੀ ਜਾਣਾ। ਅਤੇ ਇੱਕ ਦਿਨ ਮਨ 'ਚ ਖਿਆਲ ਆਇਆ ਕਿ ਮੈਂ ਤੇ ਰੋਜ਼ ਅੱਲਾ ਖੁਦਾ ਨੂੰ ਆਵਾਜ਼ ਦੇਣਾ ਹੈ ਅਤੇ ਉਹ ਅੱਗੋਂ ਆਵਾਜ਼ ਤੇ ਦਿੰਦਾ ਕੋਈ ਨਹੀਂ। ਕਿਤੇ ਇਹ ਤਾਂ ਨਹੀਂ ਕਿ ਮੈਂ ਸਮਾਂ ਬਰਬਾਦ ਕਰੀ ਜਾਂਦਾ ਹੈ, ਮੇਰੇ ਕਹਿਣ ਨਾਲ ਉਹਨੂੰ ਕੋਈ ਫਰਕ ਨਾ ਪੈਂਦਾ ਹੋਵੇ, ਮੈਂ ਯਾਦ ਕਰਦਾ ਉਹਨੂੰ ਅੱਗੇ ਆਵਾਜ਼ ਸੁਣਦੀ ਨਾ ਹੋਵੇ, ਚੰਗਾ ਨਾ ਲੱਗਦਾ ਹੋਵੇ। ਉਹਨੇ ਜਪਣਾ ਛੱਡ ਦਿੱਤਾ। ਕੁਝ ਦਿਨ ਉਹਨੇ ਜਪਿਆ ਨਾ, ਅਤੇ ਇੱਕ ਦਿਨ ਕੰਨਾਂ ਦੇ ਵਿੱਚ ਆਵਾਜ਼ ਆਈ ਕਿ ਤੂੰ ਹੁਣ ਮੇਰੇ ਨਾਮ ਨੂੰ ਕਿਉਂ ਨਹੀਂ ਲੈਂਦਾ, ਕਿਉਂ ਅੱਲਾਹੂ ਕਹਿਣਾ, ਕਿਉਂ ਅੱਲਾ ਖੁਦਾ ਖੁਦਾ ਕਹਿਣਾ ਤੂੰ ਛੱਡ ਦਿੱਤਾ। ਉਹਨੇ ਅੱਗੋਂ ਆਵਾਜ਼ ਦੇ ਕੇ ਕਿਹਾ ਕਿ ਮੈਂ ਇਹ ਸੋਚਦਾ ਸੀ ਕਿ ਸ਼ਾਇਦ ਮੇਰਾ ਕਹਿਣਾ ਖੁਦਾ ਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਮੈਂ ਜਪਣਾ ਛੱਡ ਦਿੱਤਾ। ਅੱਗੋਂ ਆਵਾਜ਼ ਜਿਹੜੀ ਆਈ, ਉਹਨੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਕਿ ਜੇਕਰ ਖੁਦਾ ਨੂੰ ਖੁਦਾ ਕਹਿਣਾ ਚੰਗਾ ਨਾ ਲੱਗਦਾ ਤੇ ਤੂੰ ਦੂਸਰੀ ਵਾਰੀ ਨਹੀਂ ਸੀ ਕਹਿ ਸਕਦਾ। ਭਾਵ ਸਾਧ ਸੰਗਤ ਕਿ ਇੱਕ ਵਾਰੀ ਅੱਲਾ ਕਹਿ ਦਿੱਤਾ, ਇੱਕ ਵਾਰੀ ਵਾਹਿਗੁਰੂ ਕਹਿ ਦਿੱਤਾ, ਜੇ ਉਸ ਮਾਲਕ ਨੂੰ ਨਾ ਪਾਉਂਦਾ ਤੇ ਫਿਰ ਦੂਸਰੀ ਵਾਰੀ ਕਿਵੇਂ ਉਹਦੇ ਨਾਮ ਨੂੰ ਤੂੰ ਲੈ ਸਕਦਾ ਸੀ। ਕਿਉਂਕਿ ਉਹ ਤਾਂ ਸਰਬ ਸ਼ਕਤੀਮਾਨ ਹੈ ਨਾ, ਉਹ ਤੇ ਵਿਆਪਕ ਹੈ, ਉਹਦੇ ਵਰਗਾ ਤਾਕਤਵਰ ਹੋਰ ਕੋਈ ਨਹੀਂ। ਉਹਦੇ ਨਾਮ ਨੂੰ ਦੁਬਾਰਾ ਤਾਂ ਹੀ ਅਸੀਂ ਜਪਦੇ ਹਾਂ, ਬਾਰ-ਬਾਰ ਤਾਂ ਰਿਪੀਟ ਕਰ ਲੈਂਦੇ ਹਾਂ ਕਿਉਂਕਿ ਉਹਨੂੰ ਵੀ ਚੰਗਾ ਲੱਗਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ ਕਿ ਗੁਰਬਾਣੀ ਪੜ੍ਹੇ ਹੋਵੇ ਚਿੱਤ ਸ਼ਾਂਤੀ, ਕਿ ਸ਼ਾਂਤ ਚਿੱਤ ਕਰੇਗੀ ਜਿਉਂ-ਜਿਉਂ ਗੁਰਬਾਣੀ ਨੂੰ ਪੜ੍ਹੇਗਾ। ਅਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿੰਦੇ ਨੇ, ਮਨ ਟਿਕੇ ਹੋਏ ਦੀ ਇਹ ਨਿਸ਼ਾਨੀ ਹੈ ਕਿ ਰੱਬ ਦੇ ਬੋਲ, ਰੱਬ ਦੀ ਬਾਣੀ, ਵਾਹਿਗੁਰੂ ਜਾਪ, ਗੁਰਬਾਣੀ ਦੇ ਸ਼ਬਦ ਕੀਰਤਨ ਇਹ ਚੰਗਾ ਲੱਗਣ ਲੱਗ ਪਏ। ਬਾਣੀ ਪੜ੍ਹਦਿਆਂ ਹੋਇਆਂ ਮਨ ਟਿਕਣ ਲੱਗ ਪਏ। ਇਹ ਨਿਸ਼ਾਨੀ ਹੈ ਕਿ ਬਾਣੀ ਚੰਗੀ ਲੱਗਦੀ ਹੈ, ਮਿੱਠੀ ਲੱਗਣੀ ਸ਼ੁਰੂ ਹੋ ਗਈ। ਮਨ ਸੋ ਮਿਲੇ ਸਦਾ ਮਿਲ ਰਹੇ। ਅਤੇ ਮਹਾਰਾਜ ਜੀ ਨੇ ਫਿਰ ਅਸੀਸ ਦਿੰਦਿਆਂ ਆਖਿਆ,
ਧੰਨ ਗੁਰੂ ਤੇਗ ਬਹਾਦਰ ਕਹਿੰਦੇ ਨੇ ਮੱਖਣ ਸ਼ਾਹ, ਜਿਹੜਾ ਮਨ ਕਰਕੇ ਗੁਰੂ ਨੂੰ ਮਿਲ ਜਾਂਦਾ ਹੈ ਉਹ ਗੁਰੂ ਤੋਂ ਕਦੀ ਦੂਰ ਨਹੀਂ ਹੋ ਸਕਦਾ। ਅਸੀਂ ਸਰੀਰ ਕਰਕੇ ਦੂਰ ਬੈਠਦੇ ਹਾਂ ਤੇ ਸਰੀਰ ਕਰਕੇ ਦੂਰ ਹੋ ਸਕਦੇ ਹਾਂ, ਮਨ ਕਰਕੇ ਤੇਰੇ ਕੋਲ ਹਾਂ। ਪਰ ਕਈ ਵਾਰੀ ਐਸਾ ਵੀ ਹੁੰਦਾ ਹੈ ਸਾਧ ਸੰਗਤ ਕਿ ਅਸੀਂ ਸਰੀਰ ਕਰਕੇ ਤੇ ਗੁਰੂ ਦੇ ਕੋਲ ਬੈਠ ਜਾਂਦੇ ਹਾਂ, ਪਰ ਮਨ ਕਰਕੇ ਗੁਰੂ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਉਦਾਹਰਨਾਂ ਕੁਝ ਦਿੱਤੀਆਂ ਬਾਣੀ ਦੇ ਅੰਦਰ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖੋ, ਕਮਲ ਦਾ ਫੁੱਲ ਖਿੜਦਾ ਹੈ ਤੇ ਕਮਲ ਦਾ ਫੁੱਲ ਜਦੋਂ ਖਿੜੇ, ਜਿਸ ਤਾਲਾਬ ਦੇ ਵਿੱਚ, ਜਿਸ ਪਾਣੀ ਦੇ ਵਿੱਚ ਕਮਲ ਦਾ ਫੁੱਲ ਖਿੜਦਾ ਹੈ ਨਾ, ਤੇ ਉਹਦੇ ਥੱਲੇ ਉਹਦੀ ਡੰਡੀ ਦੇ ਨਾਲ, ਉਹਦੀ ਟਾਹਣੀ ਦੇ ਨਾਲ ਜਿਹੜਾ ਹੈ ਉਹ ਡੱਡੂ ਉਹਦੀ ਟਾਹਣੀ ਨੂੰ ਕੁਤਰਦਾ ਰਹਿੰਦਾ ਹੈ, ਉਹਦੀ ਟਾਹਣੀ ਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ, ਥੱਲਿਓਂ ਕਾਈ ਤੇ ਜਾਲਾ ਖਾਈ ਜਾਵੇਗਾ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹ ਨੇੜੇ ਰਹਿ ਕੇ ਵੀ ਉਹਨੂੰ ਕਮਲ ਦੀ ਸਾਰ ਨਹੀਂ ਬਿਲਕੁਲ ਵੀ, ਪਰ ਭੌਰਾ ਜਿਹੜਾ ਹੈ ਉਹ ਦੂਰੋਂ ਉੱਡ ਕੇ ਆਉਂਦਾ ਹੈ ਤੇ ਉਹ ਕਮਲ ਦੀ ਸੁਗੰਧੀ ਨੂੰ ਵੀ ਮਹਿਸੂਸ ਕਰਦਾ ਹੈ, ਉਹਦੀ ਕੋਮਲਤਾ ਨੂੰ ਵੀ ਮਹਿਸੂਸ ਕਰਦਾ ਹੈ, ਉਹਦੇ ਰਸ ਨੂੰ, ਉਹਦੇ ਸਵਾਦ ਜਿਹੜਾ ਉਹਦੀਆਂ ਪੰਖੜੀਆਂ ਦੇ ਵਿੱਚ ਰਸ ਹੈ ਉਹਨੂੰ ਵੀ ਮਾਣਦਾ ਹੈ। ਪਰ ਨੇੜੇ ਰਹਿਣ ਵਾਲਾ ਡੱਡੂ ਇਸ ਸਾਰੀਆਂ ਚੀਜ਼ਾਂ ਨੂੰ ਨਹੀਂ ਮਾਣ ਸਕਿਆ। ਨਾ ਤੇ ਉਹਨੇ ਦੇਖਿਆ ਕਿ ਕਮਲ ਦੀ ਸੁੰਦਰਤਾ ਹੈ, ਨਾ ਸੁਹੱਪਣ ਤੱਕਿਆ, ਨਾ ਕੋਮਲਤਾ ਤੱਕੀ, ਨਾ ਉਹਦਾ ਸਵਾਦ ਤੱਕਿਆ। ਤੇ ਸਤਿਗੁਰੂ ਮਹਾਰਾਜ ਅੱਗੇ ਉਦਾਹਰਨ ਦਿੰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਖੋ, ਵੱਛੜਾ ਗਾਂ ਦਾ ਬੱਚਾ ਜਿਹੜਾ ਹੈ ਉਹਨੂੰ ਉਹਦਾ ਮਾਲਕ ਦੂਰ ਬੰਨਿਆ ਹੁੰਦਾ ਹੈ, ਤੇ ਜਦੋਂ ਗਾਂ ਚੋਣੀ ਹੁੰਦੀ ਹੈ ਵੱਛੇ ਨੂੰ ਛੱਡਦਾ ਹੈ ਤੇ ਉਹ ਦੂਰੋਂ ਆ ਕੇ ਵੀ ਦੁੱਧ ਪੀ ਲੈਂਦਾ ਹੈ। ਪਰ ਕਹਿੰਦੇ ਨੇ ਚਿੱਚੜ ਜਿਹੜਾ ਹੈ ਉਹ ਗਾਂ ਦੇ ਥਣ ਦੇ ਨਾਲ ਲੱਗਿਆ, ਤੇ ਗਾਂ ਦੇ ਥਣ ਦੇ ਨਾਲ ਲੱਗਿਆ ਹੋਇਆ ਚਿੱਚੜ ਜਿਹੜਾ ਹੈ ਉਹ ਉਥੋਂ ਖੂਨ ਪੀ ਜਾਂਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਕਿ ਇੱਥੋਂ ਅੰਮ੍ਰਿਤਮਈ ਦੁੱਧ ਵੀ ਪ੍ਰਾਪਤ ਹੋ ਸਕਦਾ ਹੈ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਸੋ ਮਿਲੇ ਸਦਾ ਮਿਲ ਰਹੇ। ਜਿਹੜਾ ਮਨ ਕਰਕੇ ਗੁਰੂ ਨੂੰ ਮਿਲ ਜਾਂਦਾ ਹੈ ਉਹ ਫਿਰ ਵਿਛੜ ਕਦੀ ਨਹੀਂ ਸਕਦਾ, ਉਹ ਹਮੇਸ਼ਾ ਵਾਸਤੇ ਗੁਰੂ ਦੇ ਕੋਲ ਰਹਿੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਮਨ ਕਰਕੇ ਦੂਰ ਹੋ ਗਿਆ, ਸਰੀਰ ਕਰਕੇ ਭਾਵੇਂ ਕੋਈ ਨੇੜੇ ਰਵੇ, ਉਹ ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰੀ ਜਾਵੇ, ਉਹ ਗੁਰੂ ਦੇ ਕੋਲ ਬੈਠਿਆ ਹੋਇਆ ਵੀ ਸਤਿਗੁਰੂ ਤੋਂ ਦੂਰ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਬੜੀ ਪਿਆਰੀ ਘਟਨਾ ਮਹਾਰਾਜ ਜੀ ਨੇ ਸਾਡੇ ਜੀਵਨ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ, ਝੋਲੀ ਦੇ ਵਿੱਚ ਪਾਈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਹਿਰੇ ਦੇ ਉੱਤੇ 4 ਜਵਾਨ ਸਿੱਖ ਜਿਹੜੇ ਸੀ ਉਹ ਪਹਿਰਾ ਦਿੰਦੇ ਨੇ। ਕਿਸੇ ਨੇ ਆ ਕੇ ਦੱਸਿਆ ਕਿ ਇਸ ਨਗਰ ਦੇ ਕੋਲ ਜਿਹੜਾ ਹੈ, ਅਨੰਦਪੁਰ ਸਾਹਿਬ ਦੇ ਕੋਲ, ਕੋਈ ਬਹੁਤ ਸੁੰਦਰ ਨਰਤਕੀ ਆਈ ਹੈ ਤੇ ਉਹ ਗਾਉਂਦੀ ਤੇ ਨਾਚ ਬੜਾ ਸੋਹਣਾ ਕਰਦੀ ਹੈ। ਹੁਣ ਚਾਰੇ ਆਪਸ ਦੇ ਵਿੱਚ ਸਲਾਹ ਕਰਦੇ ਨੇ ਕਿ ਕਰੀਏ ਕਿ। 2 ਕਹਿੰਦੇ ਨੇ ਕਿ ਚਲੇ ਜਾਣਾ ਚਾਹੀਦਾ। ਸਤਿਗੁਰੂ ਮਹਾਰਾਜ ਜੀ ਕਿਹੜਾ ਉੱਠ ਕੇ ਦੇਖਦੇ ਨੇ ਕਿ ਪੈਰੇ ਤੇ ਕੌਣ ਹੈ ਤੇ ਕੌਣ ਨਹੀਂ। ਦੋਵਾਂ ਨੇ ਕਿਹਾ ਕਿ ਨਹੀਂ, ਜੇਕਰ ਚਲੇ ਗਏ ਤੇ ਸਤਿਗੁਰੂ ਮਹਾਰਾਜ ਨੇ ਦੇਖ ਲਿਆ ਫਿਰ ਸਜ਼ਾ ਮਿਲੇਗੀ। ਹੁਣ ਸਲਾਹ ਕੀ ਹੋਈ, ਦੋਨਾਂ ਦੀ ਆਪਸ ਦੇ ਵਿੱਚ ਸਲਾਹ ਰਲ ਗਈ ਕਿ ਦੋਵਾਂ ਨੇ ਫੈਸਲਾ ਕੀਤਾ ਸੀ ਉਹ ਨਰਤਕੀ ਦਾ ਨਾਚ ਤੇ ਗਾਉਣਾ ਦੇਖਣ ਜ਼ਰੂਰ ਜਾਵਾਂਗੇ। 2 ਪਹਿਰੇ ਦੇ ਉੱਤੇ ਖਲੋਤੇ ਨੇ ਤੇ 2 ਨਾਚ ਦੇਖਣ ਗਏ ਨੇ। ਹੁਣ ਅਗਲੀ ਸਵੇਰ ਹੋਈ ਤੇ ਸਤਿਗੁਰੂ ਮਹਾਰਾਜ ਜੀ ਨੇ ਚਾਰਾਂ ਨੂੰ ਜਿਹੜਾ ਸੀ ਉਹ ਆਪਣੇ ਦਰਬਾਰ ਦੇ ਵਿੱਚ ਸੱਦਿਆ। ਤੇ ਸਤਿਗੁਰੂ ਮਹਾਰਾਜ ਜੀ ਨੇ ਦੇਖਿਆ ਕਿ ਜਿਹੜੇ ਤਾਂ ਨਾਚ ਦੇਖਣ ਗਏ ਸੀ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਖਸ਼ ਦਿੱਤਾ, ਤੇ ਜਿਹੜੇ ਪਹਿਰੇ ਤੇ ਖਲੋਤੇ ਰਹੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਸਜ਼ਾ ਲਾ ਦਿੱਤੀ, ਤਨਖਾਹ ਲਾ ਦਿੱਤੀ। ਸਤਿਗੁਰੂ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਸਗੋਂ ਪਹਿਰੇ ਦੇ ਉੱਤੇ ਖਲੋਤੇ ਸੀ ਤੇ ਇਹ ਗਏ ਸੀ, ਇਹਨਾਂ ਨੂੰ ਤੁਸੀਂ ਬਖਸ਼ ਦਿੱਤਾ ਤੇ ਅਸੀਂ ਪਹਿਰੇ ਤੇ ਖਲੋਤੇ, ਸਾਨੂੰ ਸਜ਼ਾ ਕਿਉਂ ਦਿੱਤੀ? ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਿ ਇਹ ਉਸ ਨਰਤਕੀ ਦਾ ਨਾਚ ਦੇਖਣ ਗਏ ਵੀ ਉੱਥੇ ਹਾਜ਼ਰ ਨਹੀਂ ਸੀ, ਕਿਉਂਕਿ ਮਨ ਦੇ ਵਿੱਚ ਇਹਨਾਂ ਦੇ ਡਰ ਭਰਮ ਸੀ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਤੇ ਆ ਗਏ, ਉਹ ਪਹਿਰੇ ਨੂੰ ਉਹਨਾਂ ਨੇ ਆ ਕੇ ਦੇਖਿਆ, ਅਸੀਂ ਉੱਥੇ ਹੋਵਾਂਗੇ ਨਹੀਂ ਤੇ ਸਾਨੂੰ ਸਜ਼ਾ ਮਿਲੇਗੀ, ਸਾਨੂੰ ਗੁਰੂ ਸਾਹਿਬ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਡਿੱਗ ਜਾਵਾਂਗੇ। ਇਹ ਉੱਥੇ ਨਾਚ ਦੇਖਦਿਆਂ ਹੋਇਆਂ ਵੀ ਇਹ ਮਨ ਕਰਕੇ ਉੱਥੇ ਨਹੀਂ, ਇਹ ਮਨ ਕਰਕੇ ਪਹਿਰੇ ਦੇ ਉੱਤੇ ਪਹੁੰਚੇ ਸੀ, ਸਾਡੇ ਚਰਨਾਂ ਦੇ ਵਿੱਚ ਧਿਆਨ ਸੀ ਇਹਨਾਂ ਦਾ। ਤੇ ਜਿਹੜੇ ਤੁਸੀਂ ਪਹਿਰੇ ਦੇ ਉੱਤੇ ਖਲੋਤੇ ਹੋਏ ਸੀ, ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਪਹਿਰੇ ਤੇ ਖਲੋਤੇ ਜਿਹੜੇ ਉਹ ਤੁਹਾਡਾ ਮਨ ਤੇ ਇਹੀ ਕਰੀ ਜਾ ਰਿਹਾ ਸੀ ਕਿ ਉਹ ਚਲੇ ਗਏ ਤੇ ਸਾਨੂੰ ਕੀ ਹੋ ਜਾਣਾ ਸੀ, ਗੁਰੂ ਸਾਹਿਬ ਤੇ ਆਏ ਨਹੀਂ, ਅਸੀਂ ਵੀ ਜਾ ਕੇ ਦੇਖ ਆਉਂਦੇ।
ਤੁਸੀਂ ਮਨ ਕਰਕੇ ਪੈਰੇ ਦੇ ਉੱਤੇ ਨਹੀਂ ਸੀ, ਮਨ ਕਰਕੇ ਤੁਹਾਡਾ ਜਿਹੜਾ ਸੀ ਧਿਆਨ ਉਹ ਨਾਚ ਤੇ ਉਸ ਨ੍ਰਿਤ ਦੇ ਵਿੱਚ ਸੀ, ਉਸ ਗਾਉਣ ਵਾਲੀ ਦੇ ਵਿੱਚ ਸੀ। ਸਰੀਰ ਤੁਹਾਡਾ ਪਹਿਰੇ ਦੇ ਵਿੱਚ ਸੀ ਤੇ ਮਨ ਤੁਹਾਡਾ ਨਾਚ ਵਾਲੀ ਦੇ ਕੋਲ ਪਹੁੰਚਿਆ, ਤੇ ਇਹ ਸਰੀਰ ਕਰਕੇ ਉੱਥੇ ਸੀ ਪਰ ਮਨ ਕਰਕੇ ਇਹ ਗੁਰੂ ਦੇ ਚਰਨਾਂ ਵਿੱਚ ਆ ਗਏ। ਮਹਾਰਾਜ ਨੇ ਉੱਥੇ ਬਚਨ ਕਹੇ ਸੀ ਕਿ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਜਿਹੜੇ ਨੇ ਉਹ ਹਾਜ਼ਰ ਹੋਏ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮੱਖਣ ਸ਼ਾਹ, ਮਨ ਸੋ ਮਿਲੇ ਸਦਾ ਮਿਲ ਰਹੇ। ਮਨ ਕਰਕੇ ਜਿਹੜੇ ਮਿਲ ਗਏ ਨੇ ਉਹ ਸਦਾ ਹੀ ਪਰਮਾਤਮਾ ਦੇ ਨਾਲ ਮਿਲੇ ਹੋਏ ਨੇ। ਪੁੰਨ ਵਿਜੋਗ ਸੁਖ ਕਬਹੂ ਨਾ ਲਹੈ। ਤੇ ਫਿਰ ਜਿਹੜੇ ਮਨ ਕਰਕੇ ਮਿਲੇ ਨੇ ਉਹਨਾਂ ਨੂੰ ਵਿਛੋੜਾ ਪ੍ਰਤੀਤ ਨਹੀਂ ਹੁੰਦਾ, ਉਹ ਕਦੀ ਵਿਛੜਦੇ ਨਹੀਂ ਨੇ। ਸਤਿਗੁਰੂ ਮਹਾਰਾਜ ਕਹਿੰਦੇ ਪੁੰਨ ਵਿਜੋਗ ਸੋ ਕਬਹੂ ਨਾ ਲਹੈ। ਪੁੰਨ ਵਿਜੋਗ ਦੁਬਾਰਾ ਫਿਰ ਉਹਨਾਂ ਨੂੰ ਵਿਛੜਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਮਨ ਕਰਕੇ ਗੁਰੂ ਦੇ ਕੋਲ ਟਿਕ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਫਿਰ ਬਾਬਾ ਮੱਖਣ ਸ਼ਾਹ ਨੇ ਉਪਦੇਸ਼ ਮੰਗਿਆ ਤੇ ਮਹਾਰਾਜ ਜੀ ਨੇ ਬਾਬਾ ਮੱਖਣ ਸ਼ਾਹ ਲੁਬਾਣੇ ਨੂੰ ਉਪਦੇਸ਼ ਦੇ ਕੇ ਤੋਰਿਆ। ਬਾਬਾ ਮੱਖਣ ਸ਼ਾਹ ਉਪਦੇਸ਼ ਲੈਣ ਤੋਂ ਬਾਅਦ ਵਿੱਚ ਉਹਨੇ ਆਪਣੇ ਪਰਿਵਾਰ ਨੂੰ, ਆਪਣੇ ਪੁੱਤਰਾਂ ਨੂੰ, ਜਿਹੜਾ ਉਹਦਾ ਕਾਰੋਬਾਰ ਸੀ ਉਸ ਕਾਰੋਬਾਰ ਨੂੰ ਜਿਹੜਾ ਸੀ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਸੌਂਪ ਦਿੱਤਾ। ਦੂਸਰਾ, ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਤੋਂ ਬਾਅਦ ਵਿੱਚ ਮਨ ਇੰਨਾ ਕੁ ਜ਼ਿਆਦਾ ਟਿਕ ਚੁੱਕਿਆ ਸੀ ਬਾਬੇ ਮੱਖਣ ਸ਼ਾਹ ਜੀ ਦਾ ਕਿ ਉਹਨਾਂ ਨੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਜੋੜ ਦਿੱਤਾ, ਬਾਣੀ ਦੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪੂਰਬ ਦੀ ਯਾਤਰਾ ਕਰਨ ਵਾਸਤੇ ਤਿਆਰੀ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੁਝ ਸਿੱਖ ਜਿਵੇਂ ਭਾਈ ਭਾਗੂ, ਭਾਈ ਰਾਮੇ ਜੀ, ਭਾਈ ਸਾਧੂ ਜੀ ਮੁਲਤਾਨੀ ਤੇ ਭਾਈ ਬਹਿਲੋਕੇ ਤੇ ਭਾਈ ਦੇਸਰਾਜ, ਇਹ ਕੁਝ ਸਿੱਖ ਸੀ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਸੇਵਾ ਲਾ ਦਿੱਤੀ ਕਿ ਸਾਡੇ ਜਾਣ ਤੋਂ ਬਾਅਦ ਵਿੱਚ ਆਪ ਜੀ ਨੇ ਇਸ ਇਲਾਕੇ ਦਾ, ਇਸ ਨਗਰ ਦਾ, ਚੱਕ ਨਾਨਕੀ ਦੀ ਦੇਖ ਰੇਖ ਕਰਨੀ ਹੈ। ਔਰ ਸਤਿਗੁਰੂ ਮਹਾਰਾਜ ਜੀ ਦਾ ਇਹ ਹੁਕਮ ਸੀ ਕਿ ਜੇਕਰ ਕੋਈ ਆਵੇ, ਕੋਈ ਵੀ ਸ਼ਰਧਾ ਤੇ ਭਾਵਨਾ ਲੈ ਕਰਕੇ ਆਉਂਦਾ, ਉਹਦੀ ਸੇਵਾ ਕਰਨੀ। ਸੰਗਤ ਜੇਕਰ ਧਨ ਲੈ ਕਰਕੇ ਆਉਂਦੀ ਆ ਤੇ ਉਸ ਧਨ ਦੇ ਨਾਲ ਗਰੀਬਾਂ ਦੇ ਘਰ ਉਸਾਰਨੇ, ਖੂਹ ਲਵਾਉਣੇ। ਸਤਿਗੁਰੂ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਕਿ ਪੇੜ ਪੌਦੇ ਉੱਥੇ ਜ਼ਰੂਰ ਲਵਾਉਣੇ। ਤੇ ਸਤਿਗੁਰੂ ਮਹਾਰਾਜ ਜੀ ਨੇ ਇਹ ਵੀ ਹੁਕਮ ਕਰ ਦਿੱਤਾ ਕਿ ਜੇਕਰ ਕੋਈ ਸੰਗਤ ਨੂੰ ਜਾਂ ਇਸ ਇਲਾਕੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਕੋਈ ਦਿਖਾਵੇ, ਚੱਕ ਨਾਨਕੀ ਆਨੰਦਪੁਰ ਸਾਹਿਬ ਦੇ ਵਿੱਚ ਕੋਈ ਰਹਿਣ ਵਾਲਿਆਂ ਨੂੰ ਦਿਖਾਵੇ, ਤੇ ਮਹਾਰਾਜ ਨੇ ਹੁਕਮ ਕਰ ਦਿੱਤਾ, ਕਹਿਣ ਲੱਗੇ ਕਿ ਫਿਰ ਉਹਦਾ ਮੁਕਾਬਲਾ ਕਰਨਾ, ਉਹਨੂੰ ਸਜ਼ਾ ਜ਼ਰੂਰ ਦੇਣੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪੂਰਬ ਦੀ ਯਾਤਰਾ ਤੇ ਜਾਣ ਦੀ ਖਬਰ ਜਿਹੜੀ ਸੀ ਰਾਣੀ ਕਹਿਲੂਰ ਦੀ ਰਾਣੀ ਦੀਪ ਚੰਦ ਦੀ ਘਰਵਾਲੀ ਨੂੰ ਵੀ ਪਤਾ ਲੱਗੀ ਤੇ ਉਹ ਵੀ ਹਾਜ਼ਰ ਹੋਈ, ਸਤਿਗੁਰੂ ਮਹਾਰਾਜ ਨੂੰ ਮਿਲਣ ਵਾਸਤੇ ਆਈ। ਮਹਾਰਾਜ ਜੀ ਸੱਚੇ ਪਾਤਸ਼ਾਹ ਉਹਨਾਂ ਨੇ ਪੁੱਛਿਆ, ਕਹਿਣ ਲੱਗੀ ਕਿ ਸਤਿਗੁਰੂ ਮਹਾਰਾਜ ਮੇਰੇ ਲਾਇਕ ਕੀ ਸੇਵਾ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਸੰਗਤ ਸਾਡੀ ਹੈ, ਸਿੱਖ ਸਾਡੇ ਇੱਥੇ ਰਹਿਣਗੇ, ਆਪ ਜੀ ਨੇ ਧਿਆਨ ਰੱਖਣਾ ਕਿ ਇਹਨਾਂ ਨੂੰ ਕਿਸੇ ਕਿਸਮ ਦੀ ਦੁੱਖ ਜਾਂ ਤਕਲੀਫ ਨਾ ਆਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਕੁਝ ਜਗਿਆਸੂਆਂ ਦੇ ਸਵਾਲ ਸੀ ਕਿ ਤਿਸਤੇ ਸਹਿਸ ਗੁਨਾ ਫਲ ਪਾਏ, ਜੋ ਸਤ ਸੰਗਤ ਸੇਵ ਕਮਾਏ। ਮਹਾਰਾਜ ਜੀ ਨੇ ਕਿਹਾ ਕਿ ਪਹਿਲਾਂ ਜਿਹੜਾ ਧਰਮ ਹੁੰਦੇ ਸੀ ਉਹ ਜਪ ਤਪ ਦੇ ਧਰਮ ਹੁੰਦੇ ਸੀ, ਲੋਕ ਬੜਾ ਜਪ ਤਪ ਕਰਿਆ ਕਰਦੇ ਸੀ। ਤੇ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਹੁਣ ਦਾ ਧਰਮ ਜਿਹੜਾ ਹੈ ਇਹ ਸੇਵਾ ਦਾ ਧਰਮ ਹੈ। ਤਿਸ ਤੇ ਸਹਿਸ ਗੁਨਾ ਫਲ ਪਾਏ, ਜਿਹੜਾ ਸੇਵਾ ਕਰੇਗਾ ਉਹ ਜਪ ਤਪ ਕਰਨ ਵਾਲਿਆਂ ਨਾਲੋਂ 100 ਗੁਣਾ, ਸੈਂਕੜੇ ਗੁਣਾ ਵੱਧ ਫਲ ਪ੍ਰਾਪਤ ਕਰੇਗਾ। ਜੋ ਸਤ ਸੰਗਤ ਸੇਵ ਕਮਾਏ, ਤੇ ਜਿਹੜਾ ਸਤ ਸੰਗਤ ਵਿੱਚ ਰਹਿ ਕੇ ਸੇਵਾ ਕਰੇਗਾ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨੂੰ ਵੱਖਰਾ ਕੋਈ ਹੋਰ ਜਪ ਤੇ ਤਪ ਕਰਨ ਦੀ ਲੋੜ ਨਹੀਂ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਕਹਿਣ ਲੱਗੇ, ਉੱਥੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਨੇ ਜੇਕਰ ਮਨ ਦੀ ਉੱਥੇ ਅਵਸਥਾ ਨੂੰ ਪੁੱਛਿਆ ਕਿ ਮਹਾਰਾਜ ਮਨ ਤੇ ਵਿਕਾਰ ਕੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਖਦੇ ਨੇ ਕਿ ਮਨ ਜਿਹੜਾ ਹੈ ਨਾ, ਇਹ ਥੋੜ੍ਹਾ ਜਿਹੜਾ ਸੁੱਖ ਜਦੋਂ ਪ੍ਰਾਪਤ ਹੋਵੇ ਨਾ, ਥੋੜ੍ਹਾ ਜਿੰਨਾ ਸੁੱਖ ਮਿਲੇ ਤੇ ਮਨ ਥੋੜ੍ਹੇ ਜਿਹੇ ਸੁੱਖ ਨੂੰ ਆਪਣੇ ਵੱਲ ਜਿਹੜਾ ਹੈ ਉਹ ਖਿੱਚ ਕੇ ਲੈ ਜਾਂਦਾ ਹੈ। ਵਿਕਾਰ ਥੋੜ੍ਹਾ ਜਿੰਨਾ ਸੁੱਖ ਦੇਵਨ ਤੇ ਮਨ ਉਸ ਪਾਸੇ ਨੂੰ ਦੌੜ ਲੈਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਫਿਰ ਥੋੜ੍ਹੇ ਜਿੰਨੇ ਸੁੱਖਾਂ ਤੋਂ ਬਾਅਦ ਵਿੱਚ ਮਨ ਉਹਨਾਂ ਵਿਕਾਰਾਂ ਦੀ ਦਲਦਲ ਦੇ ਵਿੱਚ ਫਸ ਕੇ ਤੇ ਹਮੇਸ਼ਾ ਵਾਸਤੇ ਗਲਤਾਨ ਹੋ ਜਾਂਦਾ ਹੈ, ਮਲੀਨ ਹੋ ਜਾਂਦਾ ਹੈ, ਇੰਨਾ ਮੈਲਾ ਹੋ ਜਾਂਦਾ ਹੈ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਨ ਪਾਹ
ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਫਿਰ ਮਨ ਦਾ ਉਧਾਰ ਕਿਵੇਂ ਹੋਵੇਗਾ, ਕਿਵੇਂ ਇਸ ਦੀ ਮੈਲ ਲੱਥੇਗੀ। ਸਤਿਗੁਰ ਮਹਾਰਾਜ ਕਹਿੰਦੇ ਨੇ ਜਿਉਂ-ਜਿਉਂ ਸੇਵਾ ਕਰੇਗਾ ਤਿਉਂ-ਤਿਉਂ ਸਤਿਗੁਰ ਮਹਾਰਾਜ ਕਹਿੰਦੇ ਨੇ ਸੇਵਾ ਮਨ ਦੀ ਮੈਲ ਉਤਾਰ ਦਿੰਦੀ ਹੈ ਤੇ ਨਿਰਮਲ ਮਨ ਜਿਹੜਾ ਹੈ ਉਹ ਜੀਵਨ ਸਫਲਾ ਕਰ ਦਿੰਦਾ ਹੈ। ਸਤਿਗੁਰ ਮਹਾਰਾਜ ਜੀ ਬਖਸ਼ਿਸ਼ ਰਹਿਮਤ ਕਰਨ। ਅਗਲੀਆਂ ਵਿਚਾਰਾਂ ਅਗਲੇ ਦੀਵਾਨ ਦੇ ਵਿੱਚ ਆਪ ਜੀ ਸਰਵਨ ਕਰੋਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਕਰਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ ਕਰਨਾਉ ਨਿਤ ਆਵੇ